अस्सलाम वालेकुम जी, क्या हाल चाल है जी? ठीक ठाक है। आज मौसम बड़ा ही अच्छा है। मैं जा रही हूँ ज़रा रोज़मान शैम्पू वगैरह काफ़ी चीज़ें ख़त्म हुई हैं तो तकरीबन 2:30 का टाइम है। मैंने कहा जल्दी से हो आऊँ फिर आके बाकी काम करूँगी किचन के, क्योंकि आधी दिहाड़ी तो हमारी किचन ले जाता है, आधी की पूरी ले जाता है। अस्सी तो बस पैदा किचन नहीं हुए हैं। जी कितनी हवा चलन दी, बदल भी फुल होए पे ने। पता नहीं मेरी आवाज़ आ रही तुहानू कि नहीं आ रही। बदल वेखो किन्ने ज़्यादा ने, माशाल्लाह माशाल्लाह। बारिश ना होए बस, वैसे ठीक ने। अस्सलाम वालेकुम जी। हाय हाय सलाम ही मेरी अटक गई गले विच है, पता नहीं क्यों। खैर अस्सलाम वालेकुम, की हाल चाल? ठीक ठाक हो जी? मैं अज बाहर निकली, मौसम बड़ा ही मज़ेदार मौसम है जिदा वे बेर बेर नहीं लगे होंदे दरख्तां ते, किन्ना किन्ना ਦਾ ਡੇਰਾ ਹੁੰਦਾ ਸੀ। ਸਾਡਾ ਡੇਰਾ ਹੁੰਦਾ ਸੀ ਨਾ ਇੰਦਾ ਮੌਸਮ ਸੁਬਹ ਸੁਬਹ ਜਦੋਂ ਹਵਾ ਚੱਲਣੀ ਹੁੰਦੀ ਸੀ ਨਾ, ਅਸੀਂ ਸਭ ਤੋਂ ਪਹਿਲੇ ਡੇਰੇ ਪਹੁੰਚ ਜਾਣਾ ਹੁੰਦਾ ਸੀ, ਕਿਉਂਕਿ ਬੇਰ ਬਹੁਤ ਡੇਗਦੇ ਸਨ। ਤੇ ਮੇਰੇ ਅੱਬੂ ਜੀ ਨੇ ਕਹਿਣਾ ਕਰਨਾ ਕਿ ਆ ਗਈਆਂ ਨੇ ਚਿੜੀਆਂ ਹੈ ਬੇਰ ਚੁਗਣ। ਤੇ ਖੈਰ ਬੜਾ ਮਜ਼ੇਦਾਰ ਉਹ ਵਾਲਾ ਇੱਕ ਸੀਨ ਹੁੰਦਾ ਸੀ ਜਦੋਂ ਮੌਸਮ ਇੰਦਾ ਹੁੰਦਾ, ਠੰਡੀ ਠੰਡੀ ਹਵਾ ਚੱਲਦੀ, ਪਤਾ ਹੁਣ ਅਸੀਂ ਜਾਣਾ, ਸਾਨੂੰ ਕੁਛ ਕਿੰਨਾ ਕੁਛ ਡੇਰੇ ਮਿਲਣਾ ਵੇ। ਡੇਰੇ ਵਿੱਚ ਨਾ ਬੜਾ ਖਜ਼ਾਨਾ ਹੁੰਦਾ ਸੀ। ਜਿਨ੍ਹਾਂ ਦੇ ਡੇਰੇ ਨੇ ਨਾ, ਜਿਹੜੇ ਜ਼ਿਮੀਂਦਾਰ ਨੇ, ਉਹਨਾਂ ਨੂੰ ਪਤਾ ਹੈ। ਡੇਰਿਆਂ 'ਚ ਤੁਸੀਂ ਚਲੇ ਜਾਂਦੇ, ਤੁਸੀਂ ਭੁੱਖੇ ਨਹੀਂ ਰਹਿੰਦੇ, ਤੁਹਾਨੂੰ ਚੁਗਣ ਲਈ ਬੜਾ ਕੁਛ ਮਿਲ ਜਾਂਦਾ। ਤੁਹਾਨੂੰ ਗੰਨੇ ਮਿਲ ਜਾਂਦੇ ਨੇ, ਤੁਹਾਨੂੰ ਸਬਜ਼ੀਆਂ ਮਿਲ ਜਾਂਦੀਆਂ, ਤੁਸੀਂ ਉੱਥੇ ਗਾਜਰਾਂ ਧੋਵੋ, ਉੱਥੇ ਮੂਲੀਆਂ ਧੋਵੋ, ਉੱਥੇ ਤੁਸੀਂ ਸਾਰਾ ਕੁਝ। ਸਾਡੇ ਤਾਂ ਵੈਸੇ ਡੇਰੇ ਵਿੱਚ ਅੰਬ ਇੰਨੇ ਹੁੰਦੇ ਸਨ, ਅੰਬਾਂ ਦੇ ਦਰਖਤ, ਕੱਚੇ ਅੰਬ ਖਾਣੇ, ਨਮਕ ਮਿਰਚ ਘਰੋਂ ਲੈ ਜਾਣਾ ਸੀ, ਉਹ ਖਾਣੇ ਹੈ। ਰੋਜ਼ਿਆਂ ਦੇ ਵਿੱਚ ਮੈਂ ਕਿਹੋ ਜਿਹੀ ਗੱਲਾਂ ਕਰਨ ਦੀਆਂ, ਰੋਜ਼ਾ ਹੈ ਮੇਰਾ, ਬਾਜ਼ ਆ ਜਾ, ਵਾਪਸ ਆ ਜਾ, ਜਿੱਥੇ ਤੂੰ ਕਰਨ ਆਈ ਹੋ ਦੱਸ। ਅੱਛਾ ਜੀ, यहाँ पे ना मैं रोज़माना ही ਇੱਥੇ ਉਹਨਾਂ ਸਾਰੀ ਵੈਜੀਟੇਬਲ ਜਿਹੜੀਆਂ ਅੱਗੋਂ ਹੁਣ ਸਾਰੇ ਮੌਸਮ ਖੁੱਲ੍ਹਣ ਦਿਆ ਵੇ ਨਾ, ਜਿਨ੍ਹਾਂ ਨੂੰ ਸ਼ੌਕ ਹੈ ਬੜੀ। ਮੈਨੂੰ ਵੇਖੋ, ਮੈਂ ਮਤਲਬ ਕਿ ਜ਼ਿਮੀਂਦਾਰ ਦੀ ਬੇਟੀ ਹੋ ਕੇ ਮੈਨੂੰ ਚੀਜ਼ਾਂ ਜਿਹੜੀਆਂ ਨੇ ਨਾ, ਧਨੀਆ ਸ਼ਨੀਆ ਲਾਉਣ ਲਈ ਬੜਾ ਔਖਾ ਲੱਗਦਾ ਵੀ, ਕਿਉਂਕਿ ਅਸੀਂ ਕਦੇ ਕੀਤਾ ਨਹੀਂ। ਵੇਖਣ ਦੀ ਹੱਦ ਤੱਕ ਤਾਰੇ ਕੋਲ ਸਾਡਾ ਡੇਰਾ ਤੇ ਹਰ ਚੀਜ਼ ਸਾਡੇ ਡੇਰੇ 'ਚ ਹੁੰਦੀ ਸੀ, ਸਾਰਾ ਕੁਝ ਕਰ ਲਈਦਾ ਸੀ, ਲੇਕਿਨ ਆਪ ਤੇ ਕਦੀ ਕੁਝ ਕੀਤਾ ਨਹੀਂ ਸੀ। ਉੱਤੋਂ ਮੇਰੇ ਮੀਆਂ ਵੀ ਇੰਝ ਦੇ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਬਿਲਕੁਲ ਆਨੂੰ ਨਹੀਂ, ਬਿਲਕੁਲ ਉਹਨਾਂ ਪਤਾ ਹੀ ਨਹੀਂ ਹੈ ਕਿ ਕਿੰਝ ਚੀਜ਼ਾਂ ਲਾਣੇ। ਇੱਕ ਜ਼ਮੀਨ ਬੜੀ ਸਖਤ ਵੇ, ਅਸੀਂ ਬੜੀ ਟਰਾਈਆਂ ਕੀਤੀਆਂ ਸ਼ੁਰੂ 'ਚ। ਅਸੀਂ ਇਸ ਘਰ ਵਿੱਚ ਆਏ ਨਾ, ਅਸੀਂ ਬੜੇ ਖੁਸ਼, ਵਾਹ ਜੀ ਵਾਹ, ਸਾਡੇ ਕੋਲ ਬੈਕ ਯਾਰਡ 'ਤੇ ਨਾ ਅਸੀਂ ਸਾਰਾ ਕੁਛ ਲਾ ਸਕਦੇ, ਲੇਕਿਨ ਮਜਾਲ ਹੈ ਸਾਨੂੰ ਕੁਛ ਲਾਣਾ ਆਇਆ। ਅਸੀਂ ਬੜੀ ਟਰਾਈ ਕਿ ਧਨੀਆ ਇੱਕ ਵਾਰੀ ਅਸੀਂ ਲਾਇਆ ਸੀ, ਉਹ ਕਿਤੇ ਕਿਤੇ ਬੂਟੀ ਉੱਗੀ ਸੀ। ਬੜੇ ਖੁਸ਼, ਵਾਹ ਜੀ ਵਾਹ, ਸਾਡੇ ਧਨੀਆ ਉੱਗ ਗਿਆ। ਅਤੇ ਖੈਰ ਜਿਨ੍ਹਾਂ ਨੂੰ ਸ਼ੌਕ ਹੈ ਨਾ ਇਹਨਾਂ ਚੀਜ਼ਾਂ ਦਾ, ਉਹ ਤਾਂ ਬਹੁਤ ਗਰਮੀ ਇਹਨਾਂ ਮੌਸਮ ਦਾ ਨੈਕਸਟ ਜਿਹੜਾ ਆ ਰਿਹਾ ਬੜਾ ਇੰਤਜ਼ਾਰ ਕਰਦੇ ਹੁੰਦੇ ਨੇ। ਬੜੀ ਮਿੱਟੀ ਸ਼ਿੱਟੀ ਦਾ ਇੰਝ ਦੀਆਂ ਜਿਹੜੀਆਂ ਨੇ ਬੀਜ ਵਗੈਰਾ ਲੈਣੇ ਸ਼ੁਰੂ ਕਰ ਦਿੰਦੇ ਨੇ ਕਿ ਅਸੀਂ ਇਹ ਵੀ ਲਾਉਣਾ, ਤੁਸੀਂ ਇਹ ਵੀ ਲੈਣਾ। ਬੜਾ ਅੱਛਾ ਲੱਗਦਾ ਵੀ ਜਦੋਂ ਚੀਜ਼ਾਂ ਤੁਸੀਂ ਕਿਤੇ ਵੇਖਦੇ ਹੋ ਤਾਂ ਬੜਾ ਕਹੀਦਾ ਅੱਛਾ ਅਸੀਂ ਵੀ ਕਰਨਾ, ਅਸੀਂ ਵੀ ਕਰਨਾ। ਉਹ ਅਲੱਗ ਗੱਲ ਹੈ ਕਿ ਸਾਡੇ ਕੋਲ ਹੁੰਦਾ ਨਹੀਂ ਹੈ। ਅਤੇ ਖੈਰ ਮੈਂ ਮੇਰੇ ਵੀ ਇਹਨਾਂ ਦੇ ਪਿਛਲੀ ਵਾਰੀ ਕਈ ਵੀ ਲੈ ਕੇ ਨੇ, ਕਈ ਪਤਾ ਨਾ ਜ਼ਮੀਨ ਜਿੱਦਾਂ ਖੋਦੀ ਸਾਡੇ ਕੋਲ, ਕਈ ਹੁੰਦੇ ਨੇ, ਕਈ ਹੋਏਗੀ ਨਾ ਮੈਂ ਸਾਰਾ ਕੁਛ ਕਰ ਲੈਂਗੀ। ਹੁਣ ਤਾਂ ਕਈ ਵੀ ਆ ਗਏ, ਕਈ ਨੂੰ ਬਾਹਰ ਪਿਆ ਪਸੰਗ ਲੱਗ ਚੱਲ। ਉਹਦੇ ਨਾਲ ਮੈਨੂੰ ਹੁੰਦਾ पहले खर्चा कर लो, करना कराना कुछ नहीं। ये किस किस की घर में आदत है, बच्चों में या मियाँ में, कि अगर तू इन्होंने कोई काम स्टार्ट करना है, कोई बिजनेस स्टार्ट करना है, या कुछ उन्होंने घर में स्टार्ट करना है। जे मेरे मियाँ ਨੂੰ आदत है, मैं ਹੁਣ ਆਪਣਾ ਪ੍ਰੋਪਰ ਪੇਪਰ ਸਿੱਧੇ ਪੱਧੇ ਕਰਨੇ ਨੇ। ਉਹਨਾਂ ਨੇ ਪੂਰਾ ਇੱਕ ਬਿਊਰੋ ਆਫਿਸ ਬਣਾਇਆ, ਤੇ ਭਾਵੇਂ ਕੀਤਾ ਕਰਾਇਆ ਕੱਖ ਨਹੀਂ, ਖਰਚਾ ਪਹਿਲੇ ਕਰਨਾ, ਬਾਅਦ 'ਚ ਕੰਮ ਕਰਨਾ। ਇੱਕ ਤਾਂ ਹੁੰਦਾ ਨਾ ਕਿ ਇਨਸਾਨ ਬਿਜ਼ਨਸ ਕਰਦਾ, ਉਹ ਥੋੜ੍ਹੇ ਲੈਵਲ 'ਤੇ ਕੰਮ ਪੈਸੇ ਲਾਉਂਦਾ ਤਾਂ ਕਿ ਮੇਰਾ ਕੰਮ ਸਟਾਰਟ ਹੋਏਗਾ ਅਤੇ ਮੈਂ ਫਿਰ ਬਾਅਦ 'ਚ ਉਹਦਾ ਐਕਸਟਰਾ ਕੁਛ ਵੀ ਕਰਨਾ ਤੇ ਕਰ ਲੇਗਾ। ਲੇਕਿਨ ਮੇਰੇ ਘਰ ਇਹਦਾ ਸਿਸਟਮ ਨਹੀਂ। ਮੇਰੇ ਘਰ ਪਹਿਲੇ ਪੈਸੇ ਇਸਤੇਮਾਲ ਹੁੰਦੇ ਨੇ, ਪਹਿਲੇ ਖਰਚਾ ਹੁੰਦਾ ਹੈ ਕਿ ਮੈਂ ਵੀ ਕਰਨਾ, ਮੈਂ ਵੀ ਕਰਨਾ, ਮੈਂ ਵੀ ਕਰਨਾ। ਅਸੀਂ ਪਹਿਲੇ ਫੁੱਲ ਇਨਵੈਸਟ ਕਰੀਦਾ ਹੋਵੇ, ਅਤੇ ਜਦੋਂ ਸਾਨੂੰ ਵਾਪਸ ਮਿਲਣ ਦੀ ਤਵੱਕੂ ਹੁੰਦੀ ਨਾ, ਅਤੇ ਸਾਡਾ ਉਦੋਂ ਦਿਲ ਭਰ ਜਾਂਦਾ ਅਤੇ ਅਸੀਂ ਛੱਡ ਦਿੰਦੇ ਹਾਂ। ਐਂ ਕਿਤੇ ਕਿਤੇ ਘਰ ਵਿੱਚ ਮੇਰੇ ਨਾ ਇੱਕ ਦੇ ਬੱਚੇ ਵਿੱਚ ਵੀ ਡਿਵੈਲਪ ਹੋਈ ਹੈ ਚੀਜ਼, ਮੇਰੇ ਮੀਆਂ ਵਾਲੀ। ਮੇਰੇ ਵਿੱਚ ਇਹ ਚੀਜ਼ ਨਹੀਂ ਹੈ। ਮੇਰੇ ਮੀਆਂ 'ਚ ਸ਼ੁਰੂ 'ਚ ਵੀ ਚੀਜ਼ ਕੁਛ ਵੀ ਕਰਨਾ ਪਹਿਲੇ ਖਰਚਾ ਕਰਨਾ, ਬਾਅਦ ਜਦੋਂ ਖਰਚਾ ਕਰ ਕਰਕੇ ਥੱਕ ਜਾਣਾ, ਜਦੋਂ ਟਾਈਮ ਆਉਣਾ ਕੰਮ ਕਰਨ ਦਾ, ਅਤੇ ਦਿਲ ਥੱਕ ਜਾਂਦਾ। ਅਤੇ ਇਹ ਵਾਲੀ ਚੀਜ਼ ਨਾ ਦੱਸੋ ਕਿ ਕਿਤੇ ਕਿਤੇ, ਕਿਉਂਕਿ ਕੱਲ੍ਹ ਵੀ ਮੈਨੂੰ ਬੜਾ ਹਾਸਾ ਆਇਆ। ਸ਼ੁਕਰ ਮੈਨੇ ਕਿਹਾ ਜੋ ਮੀਆਂ ਇੱਕ ਲਫ਼ਜ਼ ਹੈ ਨਾ, ਇਹ ਇੱਕ ਪੂਰੀ ਕਹਿੰਦੇ ਨੇ, ਕੀ ਕਹਿੰਦੇ ਨੇ ਉਹਨੂੰ, ਪਹਾੜੀ ਕਹਿ ਲਓ, ਕਿ ਤੁਸੀਂ ਖੋਦੋਗੇ ਨਾ ਅਤੇ ਇਹਦੇ ਵਿੱਚੋਂ ਕਿੰਨੀਆਂ ਕਿੰਨੀਆਂ ਚੀਜ਼ਾਂ ਮਤਲਬ ਅੱਛੀਆਂ ਵੀ ਨਿਕਲਣਗੀਆਂ, ਬੁਰੀਆਂ ਵੀ ਨਿਕਲਣਗੀਆਂ। ਲੇਕਿਨ ਅੱਛੀਆਂ ਬੁਰੀਆਂ ਨੂੰ ਵੀ ਨਾ ਤੁਸੀਂ ਅਗਰ ਸੋਚੋ ਨਾ ਤਾਂ ਪੋਜ਼ੀਟਿਵ ਲੈ ਕੇ ਤੁਸੀਂ ਅੱਛੀਆਂ ਬਣਾ ਸਕਦੇ ਹੋ। ਤੁਹਾਡੇ ਹੱਥ ਵਿੱਚ ਵੇ ਕਿ ਤੁਸੀਂ ਆਪਣੇ ਮੀਆਂ ਨੂੰ ਘੜ ਘੁੜ ਕੇ ਕਹਿੰਦੇ ਅੱਛਾ ਬਣਾਉਣਾ। ਮੇਰੇ ਵੀ ਅੱਛੇ ਨੇ, ਬਹੁਤ ਅੱਛੇ ਨੇ, ਸ਼ੁਕਰ ਅਲਹਮਦੁਲਿਲਾ। ਅਤੇ ਮਜ਼ਾਕ ਕਰਦੀ ਰਹਿੰਦੀ ਹਾਂ। ਆਲ ਰਾਊਂਡ ਤੁਸੀਂ ਜਿਹੜੇ ਮਾਹੌਲ ਵਿੱਚ ਰਹਿੰਦੇ ਨਾ, ਆਲੇ ਦੁਆਲੇ ਤੁਸੀਂ ਵੇਖ ਕੇ ਨਾ, ਅਤੇ ਫਿਰ ਬਾਜ਼ ਔਕਾਤ ਹੁੰਦਾ ਵਾ ਕਿ ਨਹੀਂ ਬਹੁਤ ਅੱਲਾ ਦਾ ਕਰਮ ਹੈ, ਅੱਲਾਹ ਤਾਲਾ ਸਭ ਦੇ ਉੱਤੇ ਫਜ਼ਲ ਕਰੇ। ਅਤੇ ਜਿਹੜੀਆਂ ਬੱਚੀਆਂ ਜਿਨ੍ਹਾਂ ਦੀਆਂ ਕੋਈ ਸ਼ਾਦੀਆਂ ਵਗੈਰਾ ਹੋਣੀਆਂ ਨੇ ਉਹਨਾਂ ਨੂੰ, ਅੱਛਾ ਮੈਂ ਨਾ ਕਦੇ ਕਦੇ ਸੋਚਦੀ ਹਾਂ ਅੱਜ ਕੱਲ੍ਹ ਦੇ ਬੱਚਿਆਂ ਵਿੱਚ ਨਾ ਥੋੜ੍ਹਾ ਜਿਹਾ ਜਿਹੜਾ ਇੱਕ ਸਬਰ ਲਫ਼ਜ਼ ਹੈ ਨਾ, ਪੇਸ਼ੈਂਸ, ਉਹ ਕਮ ਹੈ।
ਪਤਾ ਨਹੀਂ ਕਿਉਂ ਮੈਨੂੰ ਫੀਲ ਆਉਂਦਾ ਵੇ ਕਿ ਕੋਈ ਚੀਜ਼ ਲੈਣੀ ਹੈ ਨਾ ਤੇ ਉਹਨਾਂ ਨੂੰ ਹੜਬੜੀ ਮੱਚੀ ਹੁੰਦੀ ਹੈ ਕਿ ਬਸ ਉਹਨਾਂ ਨੂੰ ਮਿਲ ਜਾਏ। ਤੇ ਇਹ ਬੜੇ ਥੋੜ੍ਹੇ ਥੋੜ੍ਹੇ ਟਿਊਟੋਰੀਅਲ ਘਰ ਕਰਨੇ ਪੈਂਦੇ ਨੇ। ਅਗਰ ਤੁਸੀਂ ਬੱਚੇ ਨੂੰ ਜਿੰਜ ਮੈਂ ਵਾ ਨਾ, ਮੈਂ ਨਹੀਂ ਕਹਿੰਦੀ ਮੈਂ ਬਹੁਤ ਅੱਛੀ ਹਾਂ, ਨਹੀਂ, ਮੇਰੇ ਬੱਚੇ ਜਦੋਂ ਜਿਹੜੀ ਚੀਜ਼ ਲੈਣੀ ਨੇ ਉਹਨਾਂ ਨੇ ਅੱਜ ਨਹੀਂ, ਹੁਣ ਤਾਂ ਖੈਰ ਵੱਡੇ ਹੋ ਗਏ ਨੇ, ਹੁਣ ਆਪੇ ਵੀ ਲੈ ਸਕਦੇ ਨੇ। ਤੇ ਜਦੋਂ ਛੋਟੇ ਲੈਵਲ ਤੱਕ ਮੈਂ ਆਪਣੀ ਗੱਲ ਕਰਨੀ, ਜਿੰਜ ਆਫੀਆ ਫਾਨਸ ਜਿਸ ਏਜ ਵਿੱਚ ਨਾ, ਇਸ ਏਜ ਦੀ ਮੈਂ ਗੱਲ ਕਰਨੀ ਆ, 7-8 ਸਾਲ ਤੋਂ ਲੈ ਕੇ ਨਾ ਇਸ ਏਜ ਤੱਕ ਤੁਸੀਂ ਥੋੜ੍ਹਾ ਜਿਹਾ ਬੱਚੇ ਨੂੰ ਨਾ ਇਹ ਰੱਖਿਆ ਕਰੋ। ਜਾਂ ਉਹਨਾਂ ਨੇ ਕੋਈ ਚੀਜ਼ ਲੈਣੀ ਨਾ, ਉਹਨੂੰ ਹਫਤਾ ਰੱਖਿਆ ਕਰੋ। ਬੇਸ਼ੱਕ ਤੁਸੀਂ ਅਗਰ ਉਸੇ ਦਿਨ ਹੀ ਲੈ ਕੇ ਦੇ ਸਕਦੇ ਹੋ, ਲੇਕਿਨ ਇੱਕ ਹਫਤਾ ਜ਼ਰੂਰ ਮਾਰਜਨ ਰੱਖਿਆ ਕਰੋ ਕਿ ਨੈਕਸਟ ਵੀਕ ਲੈ ਕੇ ਦਊਂਗੀ, ਤਾਂ ਕਿ ਉਹਦੇ ਵਿੱਚ ਨਾ ਉਹ ਚੀਜ਼ ਸਬਰ ਆਹਿਸਤਾ ਆਹਿਸਤਾ ਬੱਚੇ ਡਿਵੈਲਪ ਹੋਵੇ ਨਾ। ਕਿਉਂਕਿ ਅੱਜ ਕੱਲ੍ਹ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਤਰਬੀਅਤ, ਜਿੱਥੇ ਥੋੜ੍ਹੀ ਕਰਨੀ ਪੈਂਦੀ ਸੀ ਹੁਣ ਬਹੁਤੀ ਕਰਨੀ ਪੈਂਦੀ ਹੈ। ਕਿਉਂਕਿ ਜਿੰਨੀਆਂ ਜ਼ਿਆਦਾ ਤੁਸੀਂ ਖਵਾਹਿਸ਼ਾਂ ਵਧਾ ਲਈਆਂ ਨੇ ਨਾ, ਉਹ ਖਵਾਹਿਸ਼ਾਂ ਇੰਨੀਆਂ ਕੁ ਵੱਧ ਗਈਆਂ ਨੇ ਕਿ ਬਾਅਦ ਔਕਾਤ ਮਾਂ ਬਾਪ ਅਫੋਰਡ ਵੀ ਨਹੀਂ ਕਰ ਸਕਦੇ। ਇਹ ਵੀ ਹਕੀਕਤ ਵੇ। ਤੇ ਇਹ ਨਹੀਂ ਕਿ ਬਿਲਕੁਲ ਇੱਥੇ ਸਾਰੇ ਅਮੀਰ ਨੇ, ਨਹੀਂ, ਇੱਥੇ ਕੋਈ ਦਰਖਤਾਂ ਨਾਲ ਪੈਸੇ ਤੇ ਨਹੀਂ ਲੱਗੇ ਨਾ। ਇਹ ਵੀ ਜੋ ਤੁਸੀਂ ਕਮਾਉਣਾ, ਅਗਰ ਯੂਰੋ 'ਚ ਕਮਾਉਣਾ ਹੋਵੇ ਤਾਂ ਯੂਰੋ 'ਚ ਹੀ ਤੁਸੀਂ ਖਰੀਦਦਾਰੀ ਕਰਨੀ ਹੈ ਨਾ, ਯੂਰੋ 'ਚ ਹੀ ਤੁਸੀਂ ਸਾਰਾ ਕੁਛ ਲਾਉਣਾ ਹੋਵੇ। ਇਹ ਥੋੜ੍ਹਾ ਕਿ ਪਾਕਿਸਤਾਨ ਵਾਂਗੂ ਜਾ ਕੇ ਤੁਸੀਂ ਕਰੰਸੀ ਚੇਂਜ ਕਰ ਲਓਗੇ ਤੇ ਬਹੁਤ ਸਾਰੇ ਪੈਸੇ ਬਣ ਜਾਣਗੇ, ਤੁਸੀਂ ਬਹੁਤ ਅਮੀਰ ਹੋ ਜਾਓਗੇ। ਉਹ ਇੱਥੇ ਨਹੀਂ ਹੈ। ਇੱਥੇ ਉਹੀ ਜੋ ਤੁਸੀਂ ਕਮਾਉਣਾ ਵੇ ਨਾ, ਉਹੀ ਤੁਸੀਂ ਯੂਜ਼ ਕਰਨਾ ਵੇ। ਤੇ ਇਸ ਲਈ ਇਹ ਚੀਜ਼ਾਂ ਨੂੰ ਨਾ ਥੋੜ੍ਹਾ ਥੋੜ੍ਹਾ ਬੱਚਿਆਂ ਦੇ ਵਿੱਚ ਡਿਵੈਲਪ ਕਰਨਾ ਬੜਾ ਜ਼ਰੂਰੀ ਜੇ। ਯਕੀਨ ਕਰੋ ਅੱਗੋਂ ਨੈਕਸਟ ਜਿਹੜੀ ਆਉਂਦੇ ਨਾ ਹਿਸਾਬ ਕਿਤਾਬ, ਬਹੁਤ ਮਹਿੰਗਾਈ ਹੋਣ ਦੀ ਹੈ, ਬਹੁਤ ਜ਼ਿਆਦਾ ਕੋਸਟਲੀ ਹਰ ਚੀਜ਼ ਹੋਣ ਦੀ ਹੈ। ਅਤੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੀ ਕਦਰ ਪਾਓ ਤਾਂ ਕਿ ਉਹਨਾਂ ਦੀ ਚੀਜ਼ਾਂ 'ਤੇ ਥੋੜ੍ਹਾ ਜਿਹਾ ਲੈਵਲ ਕੰਮ ਹੋਵੇ। ਇਹ ਵੀ ਨਹੀਂ ਹੈ ਕਿ ਬਿਲਕੁਲ ਹੁਣ ਤੁਸੀਂ ਇਹੀ ਬਾਜ਼ ਔਕਾਤ ਨਾ ਮੇਰੇ ਜੈਸੇ ਮੀਆਂ ਨਾ ਜਜ਼ਬਾਤੀ ਹੈ ਕਿ ਨਹੀਂ ਕਮਾਈ ਦੇ ਵੀ ਤੇ ਬੱਚਿਆਂ ਲਈ ਇਹ ਨਾ ਕਰੀਦਾ ਤੇ ਬੱਚਿਆਂ ਲਈ ਇਹ ਨਾ। ਮੈਂ ਵੀ ਇੰਝ ਕਹਿੰਦੀ ਹਾਂ ਕਿ ਮੈਂ ਅਗਰ ਕਰਨੀ ਹੈ ਤਾਂ ਮੈਂ ਵੀ ਆਪਣੇ ਬੱਚਿਆਂ ਲਈ ਕਰਨੀ, ਉਹਨਾਂ ਦੀ ਖੁਆਇਸ਼ਾਂ ਪੂਰੀਆਂ ਕਰਨ ਲਈ। ਲੇਕਿਨ ਉਹਦੇ ਵਿੱਚ ਇਹ ਥੋੜ੍ਹਾ ਹੁੰਦਾ ਵਾ ਕਿ ਅਸੀਂ ਬੱਚੇ ਆਪਣੇ ਨੂੰ ਵਿਗਾੜ ਹੀ ਦੇਣਾ ਇਸ ਚੱਕਰਾਂ ਵਿੱਚ ਕਿ ਨਹੀਂ ਨਹੀਂ ਸਾਡੇ ਬੱਚਿਆਂ ਨੇ ਚੀਜ਼ ਮੰਗੀ ਹੈ ਅਤੇ ਅਸੀਂ ਫੌਰਨ ਪੂਰੀ ਕਰਨੀ, ਕਿਉਂਕਿ ਅਸੀਂ ਕਮਾਉਣ ਦੇ ਇਹਨਾਂ ਲਈ ਦੇ ਹਾਂ। ਲਾਜ਼ਮੀ ਗੱਲ ਅੱਲਾਹ ਤਾਲਾ ਨੇ ਤੁਹਾਨੂੰ ਰੋਜ਼ੀ ਰੋਟੀ ਦੇਣੀ ਹੀ ਦੇਣੀ ਹੈ ਸਾਨੂੰ। ਇੰਝ ਕੋਈ ਵੀ ਚਰਿੰਦ ਪਰਿੰਦ ਛੋਟਾ ਵੱਡਾ ਕੋਈ ਵੀ ਐਸਾ ਨਹੀਂ ਜਿਹਨੂੰ ਤੁਸੀਂ ਭੁੱਖਾ ਉਹ ਸੋਏਗਾ। ਜਦੋਂ ਅੱਲਾ ਮਿਹਰ ਜਿਹਦੀ ਕਿਸਮਤ 'ਚ ਜੋ ਲਿਖੇ ਨਾ ਉਹਨੂੰ ਮਿਲਣਾ ਹੀ ਮਿਲਣਾ ਵੀ। ਤੁਸੀਂ ਉਹਦੇ ਕੋਈ ਵੀ ਨਹੀਂ ਮੁਕਾਬਲਾ ਕਰ ਸਕਦੇ, ਬਸ ਸ਼ੁਕਰ ਜ਼ਰੂਰ ਅਦਾ ਕਰ ਸਕਦੇ ਹੋ ਕਿ ਅੱਲਾਹ ਤਾਲਾ ਨੇ ਤੁਹਾਨੂੰ ਰਾਤ ਨੂੰ ਜਦੋਂ ਤੁਸੀਂ ਬੈੱਡ 'ਤੇ ਜਾਵੋ ਤਾਂ ਸ਼ੁਕਰ ਅੱਲਾ ਦਾ ਕਰਿਆ ਕਰੋ। ਬੱਚਿਆਂ ਨੂੰ ਇਹ ਚੀਜ਼ਾਂ ਬੜਾ, ਮੈਂ ਆਪਣੇ ਬੱਚਿਆਂ ਨੂੰ ਨਾ ਹਮੇਸ਼ਾ ਅਫਰੀਕਾ ਦੇ ਜ਼ਾਰੇ ਕੋਲ ਪਾਕਿਸਤਾਨ ਕੰਮ ਜਾਂਦੇ ਨੇ ਜਾਂ ਜੋ ਹਾਲਾਤ ਨੇ ਸਿਸਟਮ ਨੇ, ਅਤੇ ਉਹ ਜ਼ਿਆਦਾਤਰ ਜਿਹੜੇ ਅਫਰੀਕਾ ਦੇ ਲੋਕ ਨੇ ਉਹਨਾਂ ਦੇ ਜ਼ਿਆਦਾਤਰ ਟੀਵੀਆਂ 'ਤੇ ਜਾਂ ਮੋਬਾਇਲਾਂ ਵਗੈਰਾ 'ਤੇ ਤੁਹਾਨੂੰ ਪਤਾ ਚੀਜ਼ਾਂ ਆਉਂਦੀਆਂ ਨੇ। ਉਹ ਬੱਚਿਆਂ ਨੂੰ ਬੜਾ ਉਹਨਾਂ ਦਾ ਫਿਕਰ ਹੈ ਨਾ ਕਿ ਉਨਕੇ ਪਾਸ ਜੂਤੇ ਨਹੀਂ ਹੈ, उनके पास कपड़े नहीं, उनके पास खाना नहीं है। तो ਅਸੀਂ ਉਹਨਾਂ ਦੀ ਹਮੇਸ਼ਾ ਮਿਸਾਲ ਦੇ ਦੀ ਹੈ कि उनके पास तो ये भी नहीं है, आप देखिए अब रात को खा के सोते हैं, पी के सोते हैं, सारा कुछ मिल जाता है, बेड पे जाते हो, अल्लाह का शुक्र अदा किया करो। ਮੇਰੇ ਖਿਆਲ ਵਿੱਚ ਜਿੰਨਾ ਤੁਸੀਂ ਅੱਲਾ ਦਾ ਸ਼ੁਕਰ ਅਦਾ ਕਰਨਾ ਸਿੱਖ ਲਓਗੇ ਨਾ। ਅਤੇ ਸੈਕਿੰਡ ਦੂਸਰਾ ਇਹ ਵੇ ਕਿ ਅਗਰ ਤੁਹਾਨੂੰ ਅੱਲਾਹ ਤਾਲਾ ਦਿੰਦਾ ਹੈ ਨਾ ਤਾਂ ਉਹਨੂੰ ਖਰਚ ਜ਼ਰੂਰ ਕਰੋ। ਇਹ ਨਹੀਂ ਕਿ ਜੋੜਨ। ਮੈਂ ਅਗਲੇ ਦਿਨ ਸੁਣਨ ਦੇ ਸੀ ਕੁਰਾਨ ਪਾਕ ਵਿੱਚ ਕਿਤੇ ਨਹੀਂ ਲਿਖਿਆ ਹੈ ਕਿ ਤੁਸੀਂ ਪੈਸੇ ਤੁਹਾਨੂੰ ਮੈਂ ਦੇਣ ਦਿਆਂ ਅਤੇ ਤੁਸੀਂ ਉਹਨੂੰ ਜੋੜੋ। ਕੁਰਾਨ ਪਾਕ 'ਚ ਇਹ ਲਿਖਿਆ ਹੋਵੇ ਕਿ ਤੁਹਾਨੂੰ ਮੈਂ ਅਗਰ ਦੇਣਾ ਵਾ ਤਾਂ ਉਹਨੂੰ ਖਰਚ ਕਰੋ ਨਾ, ਅਤੇ ਅੱਛੇ ਕੰਮਾਂ 'ਚ ਖਰਚ ਕਰੋ। ਇਹ ਨਹੀਂ ਕਿ ਫਜ਼ੂਲ ਖਰਚੀ ਕਰੀ ਜਾਓ। ਮਿਆਨਾ ਰਵੀ ਵੀ ਤੁਹਾਨੂੰ ਪਤਾ ਕੁਰਾਨ ਪਾਕ 'ਚ ਲਿਖਿਆ ਹੈ, ਮਿਆਨਾ ਰਵੀ ਵੀ ਇਖਤਿਆਰ ਕਰੋ। ਅਤੇ ਲੇਕਿਨ ਜਿਹੜੀ ਅਗਰ ਤੁਹਾਨੂੰ ਅੱਲਾ ਮੀਆਂ ਦਿੰਦਾ ਹੋਵੇ ਨਾ ਤਾਂ ਉਹਨੂੰ ਇਸਤੇਮਾਲ ਵੀ ਕਰੋ। ਉਹਨੂੰ ਇਹ ਨਹੀਂ ਕਿ ਜੋੜਾ ਜੜਾਈ 'ਚ ਰੱਖੀ ਜਾਓ ਅਤੇ ਖਵਾਹਿਸ਼ਾਂ ਜਿਹੜੀਆਂ ਅਧੂਰੀਆਂ ਕਰੀ ਜਾਓ ਅਤੇ ਲਾਣਾ ਪਾਣਾ ਛੱਡ ਦੇਵੋ ਅਤੇ ਕਿਸੇ ਦੀ ਹੈਲਪ ਕਰਨਾ ਛੱਡ ਦੇਵੋ। ਕਿ ਕੋਈ ਤੁਹਾਡੇ ਸਾਹਮਣੇ ਮਜਬੂਰ ਅਤੇ ਕੋਈ ਖਾਣਾ ਨਹੀਂ ਹੈ ਅਤੇ ਤੁਸੀਂ ਉਹਨੂੰ ਪੈਸੇ ਨੂੰ ਹਿਲਾਉਣਾ ਜਲਾਉਣਾ ਹੀ ਨਹੀਂ ਹੈ। ਅਤੇ ਅੱਲਾਹ ਤਾਲਾ ਫਿਰ ਕਹਿੰਦਾ ਵੇ ਕਿ ਮੈਂ ਤੁਹਾਨੂੰ ਦੇਣਾ ਵਾ ਖਰਚ ਕਰਨ ਲਈ। ਤੁਹਾਡੇ ਸਾਹਮਣੇ ਅਗਰ ਕੋਈ ਫੈਮਲੀ ਐਸੀਆਂ ਨੇ ਜਿਹੜੀ ਮਜਬੂਰ ਨੇ, ਤੁਸੀਂ ਉਹਨਾਂ 'ਤੇ ਵੀ ਖਰਚ ਨਹੀਂ ਕਰਨ ਦੇ, ਤੁਸੀਂ ਆਪਣੀ ਜ਼ਾਤ 'ਤੇ ਵੀ ਖਰਚ ਨਹੀਂ ਕਰ ਸਕਦੇ, ਅਤੇ ਫਿਰ ਅੱਲਾਹ ਤਾਲਾ ਦਿੰਦਾ ਨਹੀਂ। ਉਹਨਾਂ ਨੂੰ ਕਹਿੰਦਾ ਪਹਿਲੇ ਵਾਲੇ ਲਾਓ ਅਤੇ ਬਾਅਦ 'ਚ ਮੈਂ ਦੇਵਾਂਗਾ। ਕਿਉਂਕਿ ਇਹ ਤਾਂ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਤੁਹਾਨੂੰ ਮੈਂ ਦੇਣ ਦਿਆਵਾਂ ਅਤੇ ਇਹਨਾਂ ਨੂੰ ਪੇਟੀ 'ਚ ਰੱਖ ਲਓ ਜਾਂ ਇਹਨਾਂ ਨੂੰ ਬੈਂਕ 'ਚ ਰੱਖ ਲਓ, ਇਹਨਾਂ ਨੂੰ ਜੋੜੋ। ਨਹੀਂ, ਉਹ ਕਹਿੰਦੇ ਨੇ ਮੈਂ ਤੁਹਾਨੂੰ ਦੇਣਾ ਵਾ ਅਤੇ ਖਰਚ ਕਰੋ ਅਤੇ ਅੱਛੇ ਕੰਮਾਂ 'ਤੇ ਖਰਚ ਕਰੋ ਨਾ। ਜ਼ਰੂਰੀ ਨਹੀਂ ਫਜ਼ੂਲ ਖਰਚਿਆਂ 'ਚ ਕਰੋ, ਉਹ ਵੀ ਮਿਆਨਾ ਵਿੱਚ ਹੀ ਇਸਤੇਮਾਲ ਕਰਨਾ ਚਾਹੀਦਾ। ਅਤੇ ਇਹ ਬੇਸਿਕ ਚੀਜ਼ਾਂ ਜਿਹੜੀਆਂ ਨਾ ਜ਼ਰੂਰ ਮਤਲਬ ਵਕਤਨ ਫਵਕਤਨ ਅਗਰ ਫੈਮਿਲੀ ਜਦੋਂ ਵੀ ਬੈਠੀ ਜਾਂਦੀ। ਅੱਜ ਕੱਲ੍ਹ ਰਮਜ਼ਾਨ ਵੀ ਅਸੀਂ ਬਹੁਤ ਜ਼ਿਆਦਾ ਰਮਜ਼ਾਨ ਅਫਤਾਰੀ ਤੋਂ ਬੈਠੇ ਹੁੰਦੇ ਹਾਂ ਜਾਂ ਸਾਰੀ ਟਾਈਮ ਬੈਠੇ ਹੁੰਦੇ ਹਾਂ, ਅਤੇ ਇਹ ਟੋਪਿਕ ਛੋਟੇ ਛੋਟੇ ਜ਼ਰੂਰ ਘਰ ਵਿੱਚ ਨਾ ਜ਼ਿਕਰ ਕਰਿਆ ਕਰੋ। ਕੋਈ ਨਾ ਕੋਈ ਮਿਸਾਲ ਅੱਲਾਹ ਤਾਲਾ ਦੇ ਕੁਰਾਨ ਪਾਕ ਦੀ, ਕੋਈ ਆਇਤ ਦੀ, ਕੋਈ ਹਦੀਸ ਦੀ ਬੱਚਿਆਂ ਦੇ ਸਾਹਮਣੇ ਜ਼ਰੂਰ ਰੱਖਿਆ ਕਰੋ। ਮੈਂ ਤੋਂ ਬਹੁਤ ਕੰਮ ਕਰਨੀ, ਮੇਰੇ ਮੀਆਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਫਾਲੋ ਕਰਦੇ ਨੇ। ਯਕੀਨ ਕਰੋ ਮੇਰੇ ਵੱਡਾ ਬੇਟਾ ਹੈ ਨਾ, ਅਤੇ ਉਹ ਹਮੇਸ਼ਾ ਕੋਈ ਵੀ ਚੰਗੀ ਚੀਜ਼ ਦਾ ਨਾਮ ਲਵੇਗਾ ਅਤੇ ਬਾਬਾ ਦਾ ਨਾਮ ਲਵੇਗਾ। ਇਹ ਮੁਝੇ ਬਾਬਾ ਨੇ ਗਾੜੀ ਵੀ ਬਤਾਇਆ ਥਾ, ये मुझे बाबा ने वहाँ बताया था। मेरा नाम है ही नहीं है। तो मैं मुझे बड़ी खुशी होती है कि मेरे बच्चों को ये याद है कि उनका बाप ऐसे है। कहते हैं ना जो बाप है, माँ तो घर में रहती है, माँ ने बेचारे ने क्या करना है, लेकिन जो बेटे हैं ना वो फॉलो बाप को ही करते हैं, क्योंकि बाप बाहर जाता है। बाप अगर चंगियां चीज़ां फॉलो करेगा तो जो ਤੁਹਾਡੇ ਲੜਕੇ ਵੀ ਉਹੀ ਚੀਜ਼ਾਂ ਫਾਲੋ ਕਰਨਗੇ। ਬੇਟੀਆਂ ਘਰ ਰਹਿੰਦੀਆਂ ਨੇ, ਮਾਂ ਜੋ ਕਰੇਗੀ ਬੇਟੀਆਂ ਉਹੀ ਫਾਲੋ ਕਰਨਗੇ ਜੋ ਉਹਨਾਂ ਦੀ ਮਾਂ ਕਰਦੀ ਪਈ। ਅਤੇ ਮੈਨੂੰ ਆਪਣੇ ਬੱਚਿਆਂ ਦਾ ਬੜਾ ਮਤਲਬ ਖੁਸ਼ੀ ਹੁੰਦੀ ਹੈ ਜਦੋਂ ਆਪਣੇ ਬਾਬਾ ਦਾ ਨਾਮ ਲੈਂਦੇ ਨਾ ਕਿ ਇਹ
वाली चीज़ मुझे बाबा ने सिखाई है, ये वाला काम मुझे बाबा ने बताया है, ये वाली जो आयत है, ये वाली दुआ मुझे बाबा ने याद करवाई है। ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਮੁਆਸ਼ਰੇ ਵਿੱਚ ਨਾ ਇਹ ਬੜਾ ਹੁੰਦਾ ਹੈ ਕਿ ਨਹੀਂ ਜੀ, ਔਰਤਾਂ ਦਾ ਜਿਹੜਾ ਹੱਕ ਹੈ ਬਸ ਬੱਚਿਆਂ ਦੀ ਤਰਬੀਅਤ ਕਰਨਾ ਨਾ, ਬੱਚਿਆਂ ਨੂੰ ਕੁਰਾਨ ਪਾਕ ਯਾਦ ਕਰਵਾਉਣਾ, ਬੱਚਿਆਂ ਨੂੰ ਨਮਾਜ਼ ਪੜ੍ਹਾਉਣੀ, ਬੱਚਿਆਂ ਨੂੰ ਸਾਰਾ ਕੁਝ ਸਿਖਾਉਣਾ। ਮਾਂ ਦਾ ਹੀ ਫਰਜ਼ ਹੈ, ਮਾਂ ਦੇ ਤੇ ਬਾਪ ਤੇ ਬਾਹਰ ਰਹਿੰਦੇ ਨੇ ਤੇ ਮਾਂ ਘਰ ਰਹਿੰਦੀ ਹੈ, ਮਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਮੇਰੇ ਖਿਆਲ ਵਿੱਚ ਨਾ ਇਹ ਕਨਸੈਪਟ ਹੀ ਗਲਤ ਹੈ ਕਿ ਬਾਪ ਬਾਹਰ ਰਹਿੰਦੇ ਨੇ। ਕਿਉਂ ਬਾਪ ਬਾਹਰ ਰਹਿੰਦੇ ਨੇ? ਬਾਪ ਇੱਕ ਲਿਮਟ ਤੋਂ ਬਾਹਰ ਰਹਿੰਦੇ ਨਾ। ਬਾਪ ਫੋਨ ਅੱਜ ਕੱਲ੍ਹ ਇੰਨਾ ਇੱਕ ਫੋਨ ਤੇ ਰਾਬਤਾ ਬੱਚਿਆਂ ਨਾਲ ਰੱਖੋ, ਫੋਨ ਨਾਲ ਬੱਚਿਆਂ ਨਾਲ ਕਨੈਕਸ਼ਨ ਰੱਖਣ। ਬਾਪ ਜ਼ਰੂਰੀ ਨਹੀਂ ਕਿ ਤੁਸੀਂ ਘਰ ਵਿੱਚ ਤੇ ਫੇਰ ਹੀ ਤੁਹਾਡਾ ਕਨੈਕਸ਼ਨ ਰਹਿਣਾ ਚਾਹੀਦਾ ਵੇ। ਬੱਚਿਆਂ ਨਾਲ ਰਾਬਤਾ ਕਰਨਾ, ਬੱਚਿਆਂ ਨਾਲ ਦੋਸਤੀ ਪਾਲਣੀ ਬਾਪ ਦੀ ਬੜੀ ਜ਼ਰੂਰੀ ਹੈ। ਤੇ ਇਹ ਕਨਸੈਪਟ ਗਲਤ ਹੈ ਕਿ ਮਾਂ ਨੇ ਸਾਰਾ ਕੁਝ ਕਰਨਾ ਹੁੰਦਾ। ਮੇਰੇ ਬੱਚਿਆਂ ਨੂੰ ਤੁਸੀਂ ਕੁਛ ਵੀ ਪੁੱਛੋਗੇ ਨਾ, ਹਮੇਸ਼ਾ ਬਾਪ ਦਾ ਨਾਮ ਲੈਂਦੇ ਨੇ ਕਿ ਇਹ ਬਾਬਾ ਨੇ ਮੈਂ ਬਤਾਇਆ, ਇਹ ਬਾਬਾ ਨੇ ਸਿਖਾਇਆ। ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਅੱਲਾ ਦਾ ਸ਼ੁਕਰ ਹੈ ਬਸ ਅੱਜ ਮੈਂ ਟੌਪਿਕ ਛੇੜ ਲਿਆ ਸੀ ਥੋੜ੍ਹਾ ਜਿਹਾ। ਮੈਂ ਕਿਹਾ ਰਮਜ਼ਾਨ ਦਾ ਮਹੀਨਾ ਹੈ ਤੇ ਇਹਦੇ ਉੱਤੇ ਥੋੜ੍ਹਾ ਜਿਹਾ ਗੱਲ ਕਰ ਲਈ ਕਿ ਅੱਜ ਕੱਲ੍ਹ ਰਮਜ਼ਾਨ 'ਚ ਸਹਿਰੀ ਇਫਤਾਰੀ ਬੱਚੇ ਇਕੱਠੇ ਹੁੰਦੇ ਨੇ। ਥੋੜ੍ਹਾ ਜਿਹਾ ਟੌਪਿਕ ਛੇੜਿਆ ਕਰੋ, ਥੋੜ੍ਹੀ ਆਇਤ, ਥੋੜ੍ਹੀ ਹਦੀਸ, ਥੋੜ੍ਹੀ ਮਤਲਬ ਸੁਨਨਤ ਬੱਚਿਆਂ ਨੂੰ ਦੱਸਿਆ ਕਰੋ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਮੁਸਲਮਾਨ ਹਾਂ ਤੇ ਸਾਡੇ ਕੀ ਹੱਕ ਹਕੂਕ ਨੇ ਤੇ ਸਾਡੇ 'ਤੇ ਕੀ ਫਰਜ਼ ਹੈ। ਤੇ ਚਲੋ ਜੀ, ਮੈਂ ਰੋਜ਼ਮਾਨਾ ਆ ਗਈ ਸਾਂ ਚੀਜ਼ਾਂ ਲੈ ਆਈ। ਇਫਤਾਰੀ ਮੈਂ ਨਾਰਮਲ ਸਿੰਪਲ ਜੀ ਬਣਾਈ। ਇੱਥੇ ਮੈਨੂੰ ਦਵੋ ਇਜਾਜ਼ਤ, ਵਾਪਸ ਆਉਂਗੀ ਕੱਲ। ਅੱਲਾ ਹਾਫਿਜ਼।